ਅਸੀਂ ਜਾਣਨ ਦੇ ਵਿੱਚ ਫੇਸਬੁੱਕ, ਟਿਕਟੋਕ, ਇੰਸਟਾਗ੍ਰਾਮ ਦੀ ਕਿਤੇ ਵੀ ਅਸੀਂ ਜਿਹੜੀ ਸਟੋਰੀ ਜਾਂ ਕੋਈ ਰੀਲ ਅਸੀਂ ਅਪਲੋਡ ਕਰੀਦੀ ਹੈ ਜੇ ਸ਼ੇਅਰ ਕਰੀ, ਸਾਨੂੰ ਨਹੀਂ ਪਤਾ ਹੁੰਦਾ ਵੀ ਜਿਹੜੀਆਂ ਗੁਨਾਹ ਦੀਆਂ ਬਾਇਸ ਬਣ ਰਹੀਆਂ ਨੇ। ਅਸੀਂ ਰੀਲਾਂ ਅਪਲੋਡ ਕਰ ਦਿੰਦੇ ਜਿਹੜੀਆਂ ਗੁਨਾਹ ਦੇ ਬਾਇਸ ਬਣਦੀਆਂ। ਇਹ ਉਹ ਗੁਨਾਹ ਨੇ ਜਿਹੜੇ ਰੁਕਣੇ ਨਹੀਂ ਹੈਗੇ। ਠੀਕ ਕਿ ਉਹਨੂੰ ਪਤਾ ਕਿ ਇਹਦਾ ਪਾਸਵਰਡ ਬੰਦੇ ਕੋਲ ਜਾਂਦਾ ਕੱਟਦਾ ਵੀ ਨਹੀਂ। ਇਹ ਉਹ ਗੁਨਾਹ ਨੇ ਜਿਹੜੇ ਤੁਹਾਡੇ ਖਤਮ ਨਹੀਂ ਹੋ ਸਕਦੇ। ਅਗਰ ਤੁਸੀਂ ਆਪਣੇ ਫੇਸਬੁੱਕ, ਇੰਸਟਾ, ਸੋਸ਼ਲ ਮੀਡੀਆ ਐਪਸ ਨੂੰ ਨੇਕੀ ਦਾ ਕੰਮ ਲਈ ਯੂਜ਼ ਕਰਦੇ ਹੋ ਤੇ ਉਹ ਨੇਕੀਆਂ ਨੇ ਜਿਹੜੇ ਤੁਹਾਡੇ ਮਰਨ ਤੋਂ ਬਾਅਦ ਵੀ ਜਾਰੀ ਰਹਿਣਗੀਆਂ। ਇਸੇ ਤਰ੍ਹਾਂ ਅਗਰ ਤੁਸੀਂ ਇਹਦੇ ਤੇ ਕੋਈ ਗੁਨਾਹ ਦਾ ਕੰਮ ਸ਼ੇਅਰ ਕਰਦੇ ਹੋ ਨਾ, ਮੈਂ ਨਾ ਅਕਸਰ ਯਾਰ ਜਦੋਂ ਮੇਰੇ ਕੋਲ ਹੁਣ ਫੇਸਬੁੱਕ ਤੇ ਮੇਰੇ ਕਾਫੀ ਫਰੈਂਡ ਨੇ, ਮੇਰੇ ਤਕਰੀਬਨ 6000 ਹੈ ਨੇ, ਠੀਕ ਹੈ ਨਾ, ਫਾਲੋਅਰ। ਤੇ ਮੈਂ ਜਦੋਂ ਵੀ ਇਹਨਾਂ ਨੇ ਕਈਆਂ ਦੇ ਸਟੋਰੀਆਂ, ਦੋਸਤਾਂ ਦੀਆਂ, ਫਰੈਂਡਸ ਵੀ ਨੇ, ਉਹਨਾਂ ਦੀ ਵੇਖੀ ਦੀਆਂ ਸਟੋਰੀ, ਉਹਨਾਂ ਨੇ ਮੁਸਲਮਾਨ ਹੋਣ ਦੇ ਨਾਤੇ ਇੰਨੀਆਂ ਗੰਦੀਆਂ ਪੋਸਟਾਂ ਲਾਈਆਂ ਹੁੰਦੀਆਂ ਕਿ ਵੇਖੀਦਾ ਚੈੱਕ ਕਰਦੇ ਯਾਰ ਮੁਸਲਮਾਨ, ਕਿਉਂਕਿ ਅਸੀਂ ਅੱਜ ਕੱਲ੍ਹ ਮੁਸਲਮਾਨ ਤੇ ਹੈ ਨਹੀਂ, ਅਸੀਂ ਸਿਰਫ ਨਾਮ ਦੇ ਮੁਸਲਮਾਨ। ਅੱਜ ਦਾ ਮੁਸਲमान ਜਿਹੜਾ ना उम्मती वो बाइसे रसवाई पैगंबर है, क्योंकि वो मुअज़्ज़ज़ थे ज़माने में मुसलमान होकर, हम ख्वार हुए ज़माने में तारके कुरान होकर। ठीक है ना, ਅਸੀਂ ਇਹ ਸੋਸ਼ਲ ਮੀਡੀਆ ਦੇ ਉੱਤੇ, ਫੇਸਬੁੱਕ ਤੇ, ਟਿਕਟੋਕ ਦੇ ਉੱਤੇ, ਇੰਸਟਾ ਦੇ ਉੱਤੇ ਚੰਦ ਲਾਈਕਸ ਲੈਣ ਵਾਸਤੇ, ਚੰਦ ਫਾਲੋਅਰਸ ਲੈਣ ਵਾਸਤੇ, ਹਾਲਾਂਕਿ ਕਈ ਆਪਣਾ ਗੰਦਾ ਕੰਟੈਂਟ ਸ਼ੇਅਰ ਕਰਦੇ ਨੇ, ਕਈ ਕਿਸੇ ਦਾ ਕੰਟੈਂਟ ਮਤਲਬ ਉਹਨਾਂ ਨੂੰ ਨਾ ਕੋਈ ਫਾਇਦਾ ਹੁੰਦਾ ਨਾ ਕੋਈ ਉਹਨਾਂ ਨੂੰ ਨਫਾ ਹੁੰਦਾ ਤੇ ਉਹ ਲਿੰਕਸ ਸ਼ੇਅਰ ਕਰਦੇ ਰਹਿੰਦੇ ਨੇ। ਮਤਲਬ ਕੋਈ ਗੰਦੀ ਵੈਬਸਾਈਟਾਂ ਦੇ ਲਿੰਕ ਸ਼ੇਅਰ ਹੋ ਗਏ, ਕੋਈ ਮੁਜਰੇ ਦਾ ਲਿੰਕ ਸ਼ੇਅਰ ਹੋ ਗਿਆ, ਉਹ ਲਿੰਕਸ ਸ਼ੇਅਰ ਕਰਦੇ ਨੇ। ਅਗਰ ਉਹੀ ਲੋਕ ਕੋਈ ਨੇਕੀ ਦਾ ਕੰਮ ਸ਼ੇਅਰ ਕਰਨ, ਕੁਰਾਨ ਦੀ ਆਇਤ ਕਰਨ, ਕੋਈ ਅੱਛੇ ਮਾਮਲਾਤ ਦੀ ਗੱਲ ਕਰਨ, ਕੋਈ ਹੁਨਰ, ਕੋਈ ਚੀਜ਼ਾਂ 100 ਚੀਜ਼ਾਂ ਨੇ ਜੋ ਸ਼ੇਅਰ ਕਰਨ, ਉਹਨਾਂ ਵਾਸਤੇ ਇੱਕ ਅੱਛਾ ਯੂਜ਼ ਕਰੇ। ਹਰ ਬੰਦਾ ਸੋਸ਼ਲ ਮੀਡੀਆ ਤੋਂ ਫਾਇਦਾ ਉਠਾਏ, ਲੇਕਿਨ ਗੁਨਾਹ ਦੇ ਨਾ ਦੀ ਤਰਫ ਨਾ ਜਾਏ। ਲੇਕਿਨ ਹੁਣ ਤਕਰੀਬਨ ਮੈਂ ਜਿਵੇਂ ਨਾ ਤਕਰੀਬਨ 10-12 ਦੋਸਤ ਇਦਾਂ ਦੇ ਹੁੰਦੇ ਨੇ, ਉਹਨਾਂ ਨੂੰ ਮੈਸੇਜ ਵੀ ਕੀਤਾ, ਮੈਂ ਕਿਹਾ ਬਾਈ ਇਹ ਕਿਹੜੇ ਤੁਸੀਂ ਕੰਮੇ ਪਏ ਹੋ, ਹੋਰ ਕੋਈ ਕੰਮ ਨਹੀਂ ਹੈਗਾ ਤੁਹਾਨੂੰ। ਲੇਕਿਨ ਮੈਂ ਇਹ ਤੈਨੂੰ ਕਹਾਂਗਾ ਇਹ ਉਹ ਗੁਨਾਹ ਨੇ, ਠੀਕ ਨਾ, ਜਿਹੜੇ ਸੋਸ਼ਲ ਮੀਡੀਆ ਤੇ ਅਸੀਂ ਕਰਦੇ ਫਿਰਨੇ ਆ, ਵੀ ਅਸੀਂ ਅਣਜਾਣੇ, ਜਾਣਬੁੱਝ ਕੇ ਅਣਜਾਣੇ ਦੇ ਵਿੱਚ, ਕਿ ਜਿਨ੍ਹਾਂ ਦਾ ਸਾਨੂੰ ਪਤਾ ਵੀ ਨਹੀਂ ਹੈਗਾ, ਤੇ ਲੇਕਿਨ ਅਸੀਂ ਉਹ ਗੁਨਾਹ ਕਰਨ ਦੇ ਆ। ਹੋਰ ਸਭ ਤੋਂ ਮੇਨ ਵੱਡੀ ਚੀਜ਼ ਇਹ ਸੀ ਵੀ ਸੋਸ਼ਲ ਮੀਡੀਆ ਅਕਾਊਂਟਸ ਅਸੀਂ ਚਲਾਉਂਦੇ ਆ, ਸਾਨੂੰ ਭੁੱਲ ਜਾਂਦੇ ਨੇ ਉਹਨਾਂ ਦੇ ਪਾਸਵਰਡ। ਠੀਕ ਹੈ, ਉਹ ਜੇ ਅਸੀਂ ਮਰ ਜਾਣਾ, ਉਹ ਜੋ ਅਸੀਂ ਬਦੀ ਛੱਡ ਗਏ ਨਾ, ਉਹ ਬਦੀ ਉਵੇਂ ਹੀ ਤੁਹਾਡੇ ਪਲੜੇ 'ਚ ਪੈਂਦੀ ਰਹਿਣੀ, ਜਿੰਨੇ ਲੋਕਾਂ ਨੂੰ ਉਹਨਾਂ ਅੱਗੇ ਸ਼ੇਅਰ ਕਰਨਾ ਹੈ। ਠੀਕ ਹੈ, ਹੁਣ ਮੈਂ ਤੁਹਾਨੂੰ ਮਿਸਾਲ ਦੇ ਕੇ ਸਮਝਾਉਣਾ। ਠੀਕ ਹੈ, ਤੁਸੀਂ ਮਤਲਬ, ਠੀਕ ਹੈ, ਤੁਸੀਂ ਇੱਕ ਬੰਦੇ ਨੇ, ਠੀਕ ਹੈ ਨਾ, ਸ਼ੇਅਰ ਕੀਤੀ, ਠੀਕ ਹੈ ਨਾ, ਵੀਡੀਓ ਅੱਗੇ 3 ਬੰਦਿਆਂ ਨੂੰ, ਠੀਕ ਹੈ ਨਾ, ਉਹਨਾਂ 3 ਚੋਂ ਇੱਕ ਨੇ ਵੀ ਅਗਰ ਗੁਨਾਹ ਕੀਤਾ ਨਾ, ਉਹ ਇਸ ਬੰਦੇ ਨੂੰ ਵੀ ਗੁਨਾਹ ਪਿੱਛੇ ਆ ਰਿਹਾ ਹੈ। ਠੀਕ ਹੈ ਨਾ, ਇਸੇ ਤਰ੍ਹਾਂ ਇਹਨਾਂ 3 ਚੋਂ ਅੱਗੇ ਉਹ 6 ਬੰਦਿਆਂ ਨੂੰ ਸ਼ੇਅਰ ਕਰ ਦਿੰਦਾ, ਬੰਦਾ 6 ਨੂੰ ਸ਼ੇਅਰ ਕਰ ਦਿੰਦਾ। ਉਹਨਾਂ 6 ਚੋਂ ਅਗਰ ਕੋਈ 2 ਬੰਦੇ ਵੀ ਗੁਨਾਹ ਕਰ ਰਹੇ ਨੇ ਨਾ, ਉਹ ਗੁਨਾਹ ਇਸ ਨੂੰ ਵੀ ਹੋਏਗਾ, ਜਿਸ ਨੇ ਇਸ ਬੰਦੇ ਨੇ ਸ਼ੇਅਰ ਕੀਤੀ, ਇਸ ਨੂੰ ਵੀ ਹੋਏਗਾ। ਉਹ ਉਹੀ ਬੰਦਾ ਅੱਗੇ ਕਿਤੇ ਕੋਈ 20 ਨੂੰ ਸ਼ੇਅਰ ਕਰ ਦਿੰਦਾ, ਉਹ 20 ਹੀ ਗੁਨਾਹ 'ਚ ਮੁਬਤਲਾ ਹੋ ਜਾਂਦੇ ਨੇ, ਤੋਰ ਸਰਕਲ ਘੁੰਮਦਾ, ਇਹਨੂੰ ਵੀ ਗੁਨਾਹ ਆਉਣਾ। ਇਹ ਪੀਰੀਅਡ ਆ ਸੋਸ਼ਲ ਮੀਡੀਆ ਦੇ ਉੱਤੇ ਗੁਨਾਹ ਦਾ। ਤੁਸੀਂ ਅਗਰ ਕੋਈ ਲਿੰਕਸ ਛੱਡਦੇ ਹੋ, ਠੀਕ ਹੈ ਨਾ, ਉਹੀ ਬੰਦਾ ਏਦਾਂ ਚੇਨ ਚੱਲਦੀ ਆ, ਅੱਗੇ 50 ਨੂੰ ਸੈਂਡ ਕਰਦਾ, 50 ਨੂੰ, 20 ਨੂੰ, 30 ਨੂੰ, 24 ਨੂੰ, 5 ਨੂੰ, 2 ਨੂੰ, 1 ਨੂੰ, 3 ਨੂੰ, ਉਹ ਏਦਾਂ ਨਾ ਸਰਕਲ ਚੱਲਦਾ ਰਹਿੰਦਾ, ਚੇਨ ਰੁਕਦੀ ਨਹੀਂ ਹੈਗੀ। ਠੀਕ ਹੈ, ਜਿੰਨੇ ਦੇਰ ਤੱਕ ਇਹ ਡਿਲੀਟ ਨਾ ਹੋਵੇ, ਤੇ ਤੁਹਾਨੂੰ ਕੋਈ ਅਕਾਊਂਟ ਭੁੱਲ ਜਾਂਦਾ, ਤੁਸੀਂ ਡਿਲੀਟ ਕਿਵੇਂ ਕਰੋ? ਹੁਣ ਸਾਰੀ ਚੇਨ ਚੱਲਦੀ ਚਲਾਉਂਦੀ ਇਸ ਬੰਦੇ ਨਾਲ ਕੀ ਜੁੜੀ। ਇਹ ਗੁਨਾਹ ਹਾਲਾਂਕਿ ਸ਼ਾਇਦ ਉਹਨੇ ਅਣਜਾਣੇ ਚ ਕੀਤਾ, ਲੇਕਿਨ ਉਹਨੂੰ ਪਤਾ ਨਹੀਂ ਹੈਗਾ। ਇਹ ਸੋਸ਼ਲ ਮੀਡੀਆ ਤਾਦਨ ਫਿਤਰਿਆਂ ਦਾ ਦੌਰ, ਅੱਜ ਕੱਲ੍ਹ ਦੇ ਦੌਰ 'ਚ ਕਿਹਾ ਜਾਂਦਾ। ਹਜ਼ੂਰ ਪਾਕ ਨੇ ਫਰਮਾਇਆ ਸੀ ਐਸਾ ਦੌਰ ਹੋਣਾ ਕਿ ਲੋਕਾਂ ਨੂੰ ਨੇਕੀ ਕਰਨ ਦਾ ਟਾਈਮ ਹੈ, ਲੇਕਿਨ ਉਹਨਾਂ ਨੇ ਬਦੀ ਜਿਹੜੀ ਨਾ ਗੁਨਾਹ ਖਰੀਦਣਾ ਹੈ, ਉਹਨਾਂ ਗੁਨਾਹ ਖਰੀਦਣਾ। ਉਹ ਤੂੰ ਕੀ ਮੁਰਾਦ ਹੈ? ਅਗਰ ਮੈਂ ਇੱਕ ਮਿਸਾਲ ਮੈਂ ਲਾਉਣਾ, ਬਾਕੀ ਅੱਲਾ ਮਾਫ ਕਰੇ, ਅਸੀਂ ਕੋਈ ਨੈਟ ਦਾ ਪੈਕੇਜ ਖਰੀਦਨੇ ਆ, ਤੇ ਕੁਝ ਲੋਕ ਨੇ ਉਹ ਖਰੀਦ ਕੇ ਸੋਸ਼ਲ ਮੀਡੀਆ ਯੂਜ਼ ਕਰਦੇ ਨੇ, ਉਹ ਨੇਕੀ ਫੈਲਾਉਂਦੇ ਨੇ, ਤੇ ਕੁਝ ਉਹਨਾਂ ਨੇ ਖਰੀਦਿਆ, ਉਹਨਾਂ ਨੇ ਅੱਗੋਂ ਗੰਦੇ ਲਿੰਕ ਜਿਹੜੇ ਨਾ ਉਹ ਸ਼ੇਅਰ ਕੀਤੇ ਨੇ। ਠੀਕ ਹੈ ਨਾ, ਆ ਸਮਝੋ, ਐਸ ਤੁਸੀਂ ਸਮਝੋ ਕੀ ਹੈ। ਜਾਂ ਗੰਦੀ ਸਟੋਰੀ ਲਾਈ, ਇਹਨੇ ਕੀ ਕੀਤਾ? ਖਰੀਦ ਕੇ ਲਾ ਕੇ ਗੁਨਾਹ ਖਰੀਦਿਆ, ਇੰਨੇ ਲੋਕਾਂ ਨੂੰ ਗਾਹ ਮੁਬਤਲਾ ਕੀਤਾ, ਇਹਨਾਂ ਨੇ ਇੰਨਿਆਂ ਨੂੰ ਕਰਨਾ, ਉਹ ਇਹਦਾ ਪੜਦਾ ਇਹ ਗੁਨਾਹਾਂ ਦਾ ਭਾਰੀ ਹੋਣਾ। ਇਸੇ ਤਰ੍ਹਾਂ, ਠੀਕ ਹੈ, ਅਗਰ ਕੋਈ ਦੋਸਤ, ਠੀਕ ਹੈ ਨਾ, ਇੱਕ ਦੋਸਤ ਅਗਰ, ਠੀਕ ਹੈ ਨਾ, ਆ ਇਨਸਾਨ ਇੱਕ ਨੇਕੀ ਸ਼ੇਅਰ ਕਰਦਾ ਹੈ, ਠੀਕ ਹੈ ਨਾ, ਇਸ ਬੰਦੇ ਨੂੰ, ਉਹ ਇਹ ਨੇਕੀ ਨਹੀਂ ਅਮਲ ਨਹੀਂ ਕਰਦਾ ਇਨਸਾਨ ਉਹਦੇ ਤੇ, ਠੀਕ ਹੈ, ਇਹ ਜਿਹੜਾ ਉਹ ਤੇ ਅਮਲ ਨਹੀਂ ਕਰਦਾ, ਲੇਕਿਨ ਇਹ ਵੀ ਅੱਗੇ ਸ਼ੇਅਰ ਕਰ ਦਿੰਦਾ 3 ਬੰਦਿਆਂ ਨੂੰ। ਉਹਨਾਂ 3 ਚੋਂ ਇੱਕ ਬੰਦਾ ਵੀ ਨੇਕੀ ਕਰਦਾ ਨਾ, ਉਹ ਸਵਾਬ ਇਹਨੂੰ ਵੀ,
ਠੀਕ ਹੈ ਨਾ। ਨੈਟ ਦਾ ਪੈਕੇਜ ਇਹਨੇ ਵੀ ਖਰੀਦਿਆ, ਠੀਕ ਹੈ ਨਾ। ਇਹਨੂੰ ਹੁਣ ਆਪਾਂ ਇੱਥੇ ਐਨ ਬਣਾ ਦਿੰਦੇ ਆ, ਨੇਕੀ ਨੂੰ ਨੇਕੀ ਦਾ ਸਿੰਬਲ ਕਰ ਦਿੰਦੇ ਆ। ਹੁਣ ਇਸ ਤੋਂ ਬਾਅਦ ਜਦੋਂ ਆਹ ਸ਼ੇਅਰ ਕਰੇਗਾ ਕੋਈ 20 ਨੂੰ, ਆਹ 30 ਨੂੰ, ਆਹ 3 ਨੂੰ, ਆਹ 4 ਨੂੰ, ਆਹ 1 ਨੂੰ, ਆਹ 2 ਨੂੰ, ਇਹ ਚੇਨ ਚੱਲਦੀ ਰਹੇਗੀ ਚੱਲਦੀ ਰਹੇਗੀ ਚੱਲਦੀ ਰਹੇਗੀ। ਇਹ ਜਿਹਨੇ ਸੁੱਟੀ ਉਹਨੂੰ ਹੁਣ ਯਾਦ ਵੀ ਨਹੀਂ ਹੈਗਾ ਵੀ ਮੈਂ ਕਿਸੇ ਦੌਰ 'ਚ ਨੇਕੀ ਦੀ ਕੋਈ ਗੱਲ, ਕੋਈ ਚੀਜ਼, ਕੁਰਾਨੀ ਆਇਤ ਕਿਤੇ ਮੈਂ ਛੱਡੀ ਸੀ, ਉਹਨੂੰ ਯਾਦ ਵੀ ਨਹੀਂ ਹੋਏਗਾ। 1 ਨੂੰ ਕਿਸੇ ਨੇ, 2 ਨੂੰ ਕਿਸੇ ਨੇ, 1 ਨੂੰ ਕਿਸੇ ਨੇ, 2 ਨੂੰ ਕਿਸੇ ਨੇ, 3 ਨੂੰ, 4 ਨੂੰ ਕਿਸੇ ਨੇ ਸੈਂਡ ਕਰ ਦੇਣੀ। ਕਿਸੇ ਨੇ ਅਮਲ ਕੀਤਾ, ਕਿਸੇ ਨੇ ਨਹੀਂ ਕੀਤਾ, ਨੇਕੀ ਫੈਲਾਉਂਦਾ ਤੇ ਸਵਾਬ ਨੂੰ ਮਿਲਦਾ ਹੀ ਜਾ ਰਿਹਾ। ਲੇਕਿਨ ਅਗਰ ਉਸ ਚੀਜ਼ ਤੋਂ ਕਿਸੇ ਨੂੰ ਹਦਾਇਤ ਨਸੀਬ ਹੋ ਗਈ, ਉਹ ਹਦਾਇਤ ਦਾ ਵੀ ਸਵਾਬ ਜਿੰਨੇ ਜਿੰਨਾਂ ਤੋਂ ਘੁੰਮ ਕੇ ਤੱਕ ਪਹੁੰਚੀ ਸੀ, ਉਹ ਉਸ ਨੂੰ ਲਾਜ਼ਮੀ ਪਹੁੰਚੇਗਾ। ਆ ਇੱਕ ਸੋਸ਼ਲ ਮੀਡੀਆ ਜਿਹੜਾ ਨਾ ਇੱਕ ਜਾਲ ਹੈ, ਇਹਨੂੰ ਕੀ ਕਿਹਾ ਜਾਂਦਾ ਹੈ? ਇੰਟਰਨੈਟ। ਇੰਟਰ ਮੀਨ ਹੁੰਦਾ ਅੰਦਰ, ਠੀਕ ਹੈ ਨਾ, ਦਾਖਲ ਹੋ ਜਾਓ। ਨੈਟ ਹੁੰਦਾ ਜਾਲ, ਜਾਲ 'ਚ ਦਾਖਲ ਹੋ ਗਏ ਤੇ ਅਗਰ ਤੁਸੀਂ ਹੁਣ ਅੱਜ ਦੇ ਦੌਰ 'ਚ ਇਸ ਤੋਂ ਇਲਾਵਾ ਤਾਂ ਕੋਈ ਇਨਸਾਨ ਹੱਲ ਤੇ ਹੈ ਨਹੀਂ, ਤੇ ਬਿਹਤਰ ਇਹ ਵੇ ਕਿ ਤੁਸੀਂ ਆਪਣੇ ਇਸਤੇਮਾਲ ਨੂੰ, ਇਸ ਜਾਲ ਨੂੰ ਅੱਛੀ ਤਰ੍ਹਾਂ ਬੋਲ ਲਓ ਨੇਕੀ ਦੇ ਵਾਸਤੇ ਸਿਰਫ, ਠੀਕ ਹੈ ਨਾ। ਕਿਉਂਕਿ ਇਹ ਤੋਂ ਨੇਕੀ ਵੀ ਫੈਲ ਸਕਦੀ। ਤੁਸੀਂ ਇਹ ਤੋਂ ਗੁਨਾਹ ਕੱਟਣਾ ਫੇਸਬੁੱਕ ਤੋਂ ਤਾਂ ਕੋਈ ਫਾਇਦਾ ਨਹੀਂ ਤੁਹਾਡਾ ਫੇਸਬੁੱਕ ਚਲਾਉਣ ਦਾ, ਆਪਣਾ 200 ਖਬਰ ਭਰਨੀ। ਮਤਲਬ ਤੁਸੀਂ ਗਲਤ ਵੀਡੀਓਜ਼ ਸ਼ੇਅਰ ਕਰਦੇ ਹੋ, ਮਤਲਬ ਗਲਤ ਮੁਹਿੰਮਾਂ ਨੂੰ ਸ਼ੇਅਰ ਕਰਦੇ ਹੋ, ਮਤਲਬ ਗਾਲੀ ਗਲੋਚ, ਗੁਨਾਹ ਦੀਆਂ ਜਾਂ ਸੈਕਸੀ ਵੀਡੀਆਂ ਜਾਂ ਲੜਕੀਆਂ ਦੇ ਇਹੋ ਜਿਹੇ ਕਿ ਲੋਕ ਉਹਨਾਂ ਤੋਂ, ਕਿਉਂਕਿ ਇਨਸਾਨ ਦੇ ਅੰਦਰ ਖਵਾਇਸ਼ਾਤ ਅੱਲਾਹ ਪਾਕ ਨੇ ਰੱਖੀਆਂ ਨੇ। ਅਗਰ ਤੁਹਾਨੂੰ ਤਾਂ ਕੁਝ ਨਹੀਂ ਹੁੰਦਾ, ਤੁਸੀਂ ਤਾਂ ਸ਼ੇਅਰ ਕਰਦੇ, ਅਗਰ ਕਿਸੇ ਹੋਰ ਦੀ ਖਵਾਇਸ਼ਾਤ ਗਲਤ ਉੱਭਰ ਜਾਂਦੀ, ਉਹਦਾ ਗੁਨਾਹ ਤੁਹਾਨੂੰ ਆਏਗਾ। ਇਸੇ ਤਰ੍ਹਾਂ ਤੁਹਾਡੀ ਇੱਕ ਨੇਕੀ ਟਿਕਟੋਕ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਸਟੋਰੀ ਜਾਂ ਰੀਲ ਸ਼ੇਅਰ ਕਰਨ ਦੇ ਉੱਤੇ ਅਗਰ ਉਹ ਅਗਲੇ ਬੰਦੇ ਦੀ ਫੀਲਿੰਗ ਅੱਛੀ ਆ ਗਈ ਨਾ, ਨਮਾਜ਼ ਪੜ੍ਹ ਲੈਂਦਾ, ਕੁਰਾਨ ਪੜ੍ਹ ਲੈਂਦਾ, ਉਹਦਾ ਸਵਾਬ, ਠੀਕ ਹੈ ਨਾ, ਸ਼ੇਅਰ ਕਰਨ ਵਾਲੇ ਬੰਦੇ ਨੂੰ ਠੀਕ ਲਾਜ਼ਮੀ ਮਿਲੇਗਾ ਜਿਸਨੇ ਸ਼ੇਅਰ ਕੀਤੀ। ਉਸ ਤੋਂ ਇਲਾਵਾ ਬਈ ਸੋਸ਼ਲ ਮੀਡੀਆ ਇੱਕ ਐਸੀ ਚੀਜ਼ ਨਾ ਜਿਹਦੇ ਅਕਾਊਂਟਸ ਦੇ ਪਾਸਵਰਡ ਤੁਹਾਨੂੰ ਭੁੱਲ ਜਾਂਦਾ, ਲੇਕਿਨ ਜਿੱਥੇ ਤੁਸੀਂ ਛੱਡ ਕੇ ਉਹਨੂੰ ਡਾਟਾ ਤੁਹਾਡਾ ਉਵੇਂ ਹੀ ਚੱਲਦਾ ਰਹਿਣਾ, ਉਹ ਡਿਲੀਟ ਨਹੀਂ ਹੋਣਾ। ਸੋਚ ਲਓ ਨੇਕੀ ਦਾ ਤੁਸੀਂ ਰਸਤੇ ਚਲਾ ਕੇ ਜਾਣਾ ਜਾਂ ਬਦੀ ਦੇ। ਮੰਨਣਾ ਫਾਲੋਅਰ ਘੱਟ ਆਉਂਦੇ ਨੇ ਅੱਜ ਦੇ ਦੌਰ 'ਚ ਨੇਕਿਆ ਕੰਮਾਂ ਤੇ, ਸ਼ੇਅਰਸ ਲੋਕ ਘੱਟ ਕਰਦੇ ਨੇ, ਲਾਈਕ ਘੱਟ ਹੁੰਦੇ ਨੇ, ਕਮੈਂਟਸ ਲੋਕ ਅੱਛੇ ਘੱਟ ਕਰਦੇ ਨੇ, ਲੇਕਿਨ ਤੁਸੀਂ ਆਪਣੀ ਆਖਰਤ ਦੇ ਬਾਰੇ ਵੀ ਸੋਚਣਾ ਵੀ ਅਸੀਂ ਮਰਨਾ, ਅਸੀਂ ਮੁਸਲਮਾਨ ਆ, ਅਸੀਂ ਅੱਲਾਹ ਨੂੰ ਜਾਣਦੇ ਨਹੀਂ। ਅੱਜ ਕੱਲ੍ਹ ਹਰ ਇਨਸਾਨ ਕਹਿ ਰਿਹਾ ਵੀ ਮੈਨੂੰ ਕੀ ਯਾਰ, ਕੋਈ ਜਿੱਥੇ ਮਰਜ਼ੀ ਰੋਂਦਾ ਫਿਰਦਾ ਮਰੇ, ਮੈਨੂੰ ਕੀ, ਕੋਈ ਕਿਸੇ ਨੂੰ ਨਹੀਂ ਹੈ। ਲੇਕਿਨ ਉਹਨੂੰ ਇਹ ਵੀ ਨਹੀਂ ਪਤਾ ਹੈਗਾ ਵੀ ਤੂੰ ਆਪਣੇ ਆਪ ਨੂੰ ਕਿਵੇਂ ਬਚਾਉਣਾ ਅੱਜ ਦੇ ਦੌਰ 'ਚ, ਆਪਣੇ ਆਪ ਨੂੰ ਅੱਜ ਜਿਹੜਾ ਸੋਸ਼ਲ ਮੀਡੀਆ ਦਾ ਜਾਲ ਹੈ ਇਹਦੇ 'ਚੋਂ ਆਪਣੇ ਆਪ ਨੂੰ ਕਿਵੇਂ ਬਚਾਉਣਾ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇਸ ਤੋਂ ਇਹ ਸੋਸ਼ਲ ਮੀਡੀਆ ਇਹਨੂੰ ਇhtiyat ਨਾਲ ਯੂਜ਼ ਕਰੋ, ਇਹਨੂੰ ਨੇਕੀ ਵਾਸਤੇ ਯੂਜ਼ ਕਰੋ। ਫਾਲੋਅਰਸ ਘੱਟ ਹੋਣਗੇ ਕੋਈ ਮਸਲਾ ਨਹੀਂ ਹੈਗਾ, ਠੀਕ ਹੈ ਨਾ, ਪੈਸਾ ਇੰਨਾ ਨਾ ਤੁਸੀਂ ਕਮਾ ਸਕੋ ਸੋਸ਼ਲ ਮੀਡੀਆ ਤੋਂ, ਥੋੜਾ ਘੱਟ ਕਮਾ ਲਓ ਕੋਈ ਮਸਲਾ ਨਹੀਂ, ਲੇਕਿਨ ਆਹਿਸਤਾ ਆਹਿਸਤਾ ਤੁਸੀਂ ਬਿਲਡ ਕਰੋ ਆਪਣੇ ਆਪ ਨੂੰ, ਠੀਕ ਹੈ ਨਾ, ਅੱਛੇ ਕੰਮ ਲਈ। ਸਾਨੂੰ ਕੁਰਾਨ ਪਾਕ 'ਚ ਹੁਕਮ ਹੈ ਅੱਲਾਹ ਪਾਕ ਦਾ ਕਿ ਨੇਕੀ ਫੈਲਾਓ, ਬਦੀ ਤੋਂ ਰੋਕੋ। ਬਦੀ ਤੋਂ ਰੋਕਣ ਦਾ ਅੱਲਾਹ ਨੇ ਆਖਿਆ। ਈਮਾਨ ਵਾਲੇ ਦੀ ਜਿਹੜੇ 10 ਨਿਸ਼ਾਨੀਆਂ ਅੱਲਾਹ ਪਾਕ ਨੇ ਫਰਮਾਈਆਂ ਨਾ ਕੁਰਾਨ ਪਾਕ ਦੇ ਵਿੱਚ, ਇੱਕ 10 ਨਿਸ਼ਾਨੀਆਂ ਮੈਂ ਪੜ੍ਹ ਰਿਹਾ ਸੀ, ਉਹਦੇ ਵਿੱਚ ਇੱਕ ਵੀ ਜਿਹੜੇ ਬੁਰਾਈ ਤੋਂ ਰੋਕਦੇ ਨੇ, ਮਤਲਬ ਬੁਰਾਈ ਨੂੰ ਰੋਕਣ ਵਾਲੇ ਬਣੋ, ਬੁਰਾਈ ਨੂੰ ਫੈਲਾਉਣ ਵਾਲੇ ਨਾ ਬਣੋ। ਇਹ ਬੁਰਾਈ ਜਿਹੜੀ ਨਾ ਤੁਸੀਂ ਜਿਹੜੀ ਛੱਡ ਜਾਣੀ, ਉਹ ਚੱਲਦੀ ਹੀ ਰਹਿਣੀ ਅੱਗੇ, ਇਹਨੂੰ ਖਤਮ ਕਰਨ ਵਾਲੇ ਬਣੋ। ਬਾਕੀ ਜੋ ਕਿ ਜਾਣੇ 'ਚ ਜਾਣਬੁੱਝ ਕੇ ਜੋ ਹੋਗਾ ਉਹਦੀ ਅੱਲਾਹ ਕੋ ਮਾਫੀ ਤਲਬ ਕਰੋ ਤੇ ਨੇਕੀ ਦੇ ਕੰਮ ਨਿਕਲੋ। ਫਿਰ ਅੱਲਾਹ ਪਾਕ ਨੇ ਫਰਮਾਇਆ ਵੀ ਜ਼ੁਲਮ ਦੇ ਖਿਲਾਫ ਖੜੇ ਹੋ, ਉਹਨੂੰ ਰੋਕੋ, ਉਹਦੇ ਨਾਲ ਮਤਲਬ ਉਹਨੂੰ ਰੋਕ ਸਕਦੇ ਉਹਦੇ ਖਿਲਾਫ ਖੜੇ ਹੋ ਕੇ, ਅਗਰ ਨਹੀਂ ਰੋਕ ਸਕਦੇ ਤੇ ਉਹਨੂੰ ਜ਼ੁਬਾਨ ਨਾਲ ਰੋਕੋ, ਨਹੀਂ ਰੋਕ ਸਕਦੇ ਤੇ ਦਿਲ 'ਚ ਹੀ ਬੁਰਾ ਕਹੋ, ਨਾਲ ਸਾਥ ਦੇਂਦਾ ਨਹੀਂ ਹੈਗਾ। ਦੇਖੋ ਹੁਣ ਮੈਂ ਆਪਣੇ ਨੂੰ ਕੋਸ਼ਿਸ਼ ਕੀਤੀ ਇੱਕ ਵੀ ਸੋਸ਼ਲ ਮੀਡੀਆ ਦੇ ਉੱਤੇ ਹਰ ਬੰਦਾ ਗੰਦੀ ਸਟੋਰੀ ਲਾ ਰਿਹਾ, ਤਕਰੀਬਨ ਹਰ ਬੰਦਾ ਨਹੀਂ, ਤਕਰੀਬਨ ਜ਼ਿਆਦਾਤਰ ਲੋਕ, ਕਿਉਂਕਿ ਮਾਸ਼ਰਾ ਕਿਉਂਕਿ ਆਂਦੇ ਨੇ ਵਿੰਦੇ ਇਹ ਚੀਜ਼ ਨੇ, ਲਾਈਕਸ ਕਮੈਂਟ। ਮੈਨੂੰ ਇੱਕ ਮੇਰਾ ਦੋਸਤ ਕਹਿਣ ਲੱਗਾ ਇਦਾਂ ਨਹੀਂ, ਮੈਂ ਯਾਰ ਨਹੀਂ ਵਿੰਦੇ ਨਾ ਵੇਖਣ, ਆਪਾਂ ਦੇ ਅੱਲਾਹ ਨੂੰ ਜਵਾਬ ਦੇਣਾ ਨਾ ਵੇਖਣਗੇ, ਦੁਨੀਆ 'ਤੇ ਕੋਈ ਮਸਲਾ ਨਹੀਂ ਹੈਗਾ, ਦੁਨੀਆ ਦੀ ਸ਼ੋਹਰਤ ਖਤਮ ਹੋ ਜਾਣੀ, ਇੱਜ਼ਤ ਖਤਮ ਹੋ ਜਾਣੀ 2 ਦਿਨਾਂ ਬਾਅਦ। ਬਾਕੀ ਲੇਕਿਨ ਜਿਹੜੀ ਆਖਰਤ ਹੈ ਨਾ ਤੇ ਜੰਨਤ ਦਾ ਜਿਹੜਾ ਕੰਮ ਹੈ ਉਹ ਅੱਜ ਦੇ ਜਿਹੜਾ ਸੋਸ਼ਲ ਮੀਡੀਆ ਨਾ ਉਹਦੇ ਥਰੂ ਵੀ ਲੋਕਾਂ ਨੇ ਆਪਣਾ ਬੜਾ ਖਰਾਬ ਕਰਨਾ ਹੈ, ਉਹਦੇ ਥਰੂ ਹੀ ਲੋਕਾਂ ਨੇ ਦੋਸਖ ਦੇ ਵਿੱਚ ਲੋਕਾਂ ਨੇ ਬੜਿਆ ਜਾਣਾ, ਠੀਕ ਹੈ ਨਾ। ਕੀ ਵਜ੍ਹਾ ਹੈ? ਕਿਉਂਕਿ ਜਿਹੜੇ ਸੋਸ਼ਲ ਮੀਡੀਆ ਤੇ ਨੇਕੀ ਸ਼ੇਅਰ ਕਰਕੇ ਨੇ, ਮਰਨ ਤੋਂ ਬਾਅਦ ਉਹਨਾਂ ਦੀ ਕਬਰ ਦੇ ਵਿੱਚ ਉਹਨਾਂ ਨੂੰ ਸਵਾਬ ਪਹੁੰਚਦਾ ਰਹੇਗਾ, ਤੇ ਜਿਹੜੇ ਬਦੀ ਸ਼ੇਅਰ ਕਰ ਗਏ ਨੇ ਤੇ ਉਹਨਾਂ ਨੂੰ ਕਬਰ ਦੇ ਵਿੱਚ ਉਹਦਾ ਗੁਨਾਹ ਪਹੁੰਚਦਾ ਰਹੇਗਾ। ਇਹ ਸਿਰਫ ਸੋਚਣ ਤੇ ਸਮਝਣ ਦੀਆਂ ਗੱਲਾਂ ਨੇ, ਕਿਉਂਕਿ ਸਾਡੇ ਮੌਲਵੀ
ਫਤਵੇ ਲਾਉਣ ਲੱਗ ਪੈਂਦੇ ਨੇ ਸੋਸ਼ਲ ਮੀਡੀਆ ਤੇ। ਉਹ ਬਈ ਫਤਵੇ ਲਾਏ ਕੀ ਬਣਨਾ, ਫਤਵੇ ਨਹੀਂ, ਉਹਨਾਂ ਨੂੰ ਸਮਝਾਓਗੇ ਨਾ ਯੂਜ਼ ਕਿਵੇਂ ਕਰਨਾ ਹੈ, ਕਿਉਂਕਿ ਅੱਜ ਦੇ ਦੌਰ 'ਚ ਇਹ ਤੋਂ ਬਗੈਰ ਕੰਮ ਨਹੀਂ ਹੈ। ਟੈਕਨੋਲੋਜੀ ਤੋਂ ਬਗੈਰ ਟੈਕਨੋਲੋਜੀ ਦਾ ਯੂਜ਼ ਹੋਣਾ ਚਾਹੀਦਾ ਹੈ, ਕਿਉਂਕਿ ਅੱਜ ਮੁਸਲਮਾਨ ਜ਼ਲੀਲ ਖੁਆਰ ਤੱਕ ਹੋ ਰਹੇ ਨੇ, ਕਿਉਂਕਿ ਉਹਨਾਂ ਨੇ ਕੁਰਾਨ ਪਾਕ ਨੂੰ ਛੱਡ ਦਿੱਤਾ है। वो मुअज़्ज़ज़ से ज़माने में मुसलमान होकर हम ख्वार हुए ज़माने में तारक कुरान होकर। लामा इकबाल ਦਾ ਸ਼ੇਅਰ ਵਿੱਚ ਥੋੜੀ ਬਹੁਤੀ ਐਡੀਟਿੰਗ ਆਪਣੇ ਕੋਲ ਵੀ ਕਰ ਦਿੱਤੀ ਲਫ਼ਜ਼ ਦੀ, ਲੇਕਿਨ ਹੋ ਬਹੂ ਤਾਂ ਨਹੀਂ। ਲੇਕਿਨ ਉਹਦਾ ਮਕਸਦ ਕੀ ਹੈ, ਅਸੀਂ ਕੁਰਾਨ ਪਾਕ ਨੂੰ ਛੱਡ ਕੇ ਤੇ ਲੋਕਾਂ ਪਿੱਛੇ ਲੱਗੇ ਆ। ਹਦਾਇਤ ਇਹ ਨਹੀਂ ਹੈਗੀ, ਗਰੋਹ ਦਰ ਗਰੋਹ ਲੋਕ ਜੰਨਤ 'ਚ ਜਾਣੇ ਨੇ ਤੇ ਗਰੋਹ ਦਰ ਗਰੋਹ ਲੋਕ ਦੋਜ਼ਖ 'ਚ ਜਾਣੇ ਨੇ। ਉਹਦੀ ਕੀ ਵਜ੍ਹਾ ਹੈ, ਕਿਉਂਕਿ ਤੁਹਾਡੇ ਕਿੰਨੇ ਫਾਲੋਵਰ ਨੇ। ਇੱਕ ਮਿਸਾਲ, ਤੁਹਾਡਾ ਕੋਈ 10,000 ਫਾਲੋਵਰ ਤੇ ਤੁਸੀਂ ਉਹਨਾਂ ਨੇ ਬਦੀ ਬੁਲਾਈ, ਤੁਹਾਡੇ ਵਿੱਚ ਕੋਈ 5,000 ਫਸ ਗਿਆ ਉਸ ਬਦੀ ਦੇ ਵਿੱਚ, ਤੇ ਉਹਨਾਂ ਵਿਚਾਰਾਂ ਨੂੰ ਤੁਸੀਂ ਲੈ ਗਏ ਨਾ ਉਸ ਦੋਜ਼ਖ ਦੇ ਵਿੱਚ ਗੜੇ 'ਚ ਲੈ ਗਏ ਨਾ। ਤੇ ਅਗਰ ਤੁਹਾਡੀ ਵਜ੍ਹਾ ਨਾਲ ਕੋਈ ਜੰਨਤ 'ਚ ਇੱਕ ਨੇਕੀ ਤੁਸੀਂ ਸ਼ੇਅਰ ਕੀਤੀ ਹੈ, ਠੀਕ ਹੈ, ਤੁਸੀਂ ਸ਼ੇਅਰ ਕਰ ਦਿੰਦੇ ਹੋ ਨੇਕੀ, ਤੇ ਉਹ ਤੁਹਾਡੇ ਇੱਕ ਸ਼ੇਅਰ ਦੀ ਵਜ੍ਹਾ ਨਾਲ ਜੇ ਇੱਕ ਇਨਸਾਨ ਜੰਨਤ 'ਚ ਪਹੁੰਚੇ ਤੇ ਉਹ ਚੰਗੀ ਗੱਲ ਹੈ ਕਿ ਤੁਹਾਡੀ ਵਜ੍ਹਾ ਨਾਲ ਕੋਈ 4-5 ਇਨਸਾਨ ਦੋਜ਼ਖ ਦੇ ਵਿੱਚ ਪਹੁੰਚ ਜਾਣ, ਉਹ ਚੰਗਾ। ਬਈ ਇਸੇ ਤਰ੍ਹਾਂ ਇਹ ਤੁਹਾਡਾ ਇੱਕ ਸਰਕਲ ਹੈ ਤੇ ਇਹਨੂੰ ਚਲਾਓ। ਲੋਕ ਤੇ ਕਹਿੰਦੇ ਨੇ ਅੱਛਾ ਗਾਣਾ ਲਾਓ, ਅੱਛੀ ਇਹ ਕਰੋ, ਉਹ ਕਰੋ, ਅੱਛੀ ਟੀ-ਟਾਪ ਹੋ ਗਏ, ਕੁੜੀਆਂ ਵੀ ਅੱਜ ਕੱਲ ਲੱਗੀਆਂ ਪੈਸੇ ਦੀ ਖਾਤਰ, ਪੈਸਾ ਖਤਮ ਹੋ ਜਾਣਾ। ਤੇ ਇਸ ਪੈਗਾਮ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਸੋਸ਼ਲ ਮੀਡੀਆ ਨੂੰ ਇਖਤਿਆਤ ਨਾਲ ਯੂਜ਼ ਕਰੋ ਮੇਰੇ ਭਰਾ। ਇਹ ਸੋਸ਼ਲ ਮੀਡੀਆ ਹੀ ਹੈ ਜਿਨਨੇ ਬੇਸ਼ਤਰ ਇਸ ਜ਼ਮਾਨੇ ਦੇ ਲੋਕਾਂ ਨੂੰ ਦੋਜ਼ਖ ਦੀ ਤਰਫ ਲੈ ਕੇ ਜਾਣਾ ਹੈ, ਤੇ ਕਾਫੀ ਉਹ ਵੀ ਹੋਣੇ ਜਿਨ੍ਹਾਂ ਨੇ ਇਹਦੀ ਮਦਦ ਨਾਲ ਹੀ ਜੰਨਤ 'ਚ ਜਾਣਾ। ਮੇਰਾ ਨਜ਼ਰੀਆ ਹੈ। ਬਾਕੀ ਅੱਲਾਹ ਪਾਕ ਸਭ ਨੂੰ ਅਮਲ ਦੀ ਤੇ ਹਦਾਇਤ ਦੀ ਤੌਫੀਕ ਅਤਾ ਫਰਮਾਏ। ਅੱਲਾਹ ਪਾਕ ਸਾਨੂੰ ਵੀ ਹਦਾਇਤ ਦੇ, ਅੱਲਾਹ ਪਾਕ ਸਾਨੂੰ ਉਹਨਾਂ ਲੋਕਾਂ ਵਿੱਚ ਸ਼ਾਮਲ ਕਰੇ ਜਿਨ੍ਹਾਂ ਤੋਂ ਮੇਰੇ ਅੱਲਾਹ ਪਾਕ ਦਾ ਕਰਮ ਤੇ ਇਨਾਮ ਹੋਇਆ, ਤੇ ਅੱਲਾਹ ਪਾਕ ਉਹਨਾਂ ਲੋਕਾਂ ਦੇ ਰਸਤੇ ਤੋਂ ਸਾਨੂੰ ਬਚਾਵੇ ਜਿਨ੍ਹਾਂ ਤੋਂ ਮੇਰੇ ਅੱਲਾਹ ਪਾਕ ਦਾ ਗਜ਼ਬ ਹੋਇਆ, ਤੇ ਜਿਨ੍ਹਾਂ ਤੋਂ ਸਾਡਾ ਮਾਲਿਕ ਨਾਰਾਜ਼ ਹੋਇਆ। ਅੱਲਾਹ ਪਾਕ ਸਾਨੂੰ ਉਹਨਾਂ ਦੇ ਰਸਤੇ ਤੋਂ ਬਚਾਵੇ ਤੇ ਅੱਲਾਹ ਪਾਕ ਸਭ ਨੂੰ ਅਮਲ ਦੀ ਤੇ ਹਦਾਇਤ ਦੀ ਤੌਫੀਕ ਅਤਾ ਫਰਮਾਏ।